ਹਸਤ ਖੇਲਤ ਤੇਰੇ ਦਿਉਰੇ ਆਇਆ। ਅਗਲਾ ਵਿਅੰਗ ਸੁਣਨਾ ਜੀ। ਸੰਨ 1984 ਦੀ ਜੇਲ੍ਹ ਯਾਤਰਾ ਸਮੇਂ ਮੈਨੂੰ ਸਰਕਾਰੀ ਨਿਯਮਾਂ ਮੁਤਾਬਕ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ। ਮੁਅੱਤਲੀ ਸਮੇਂ ਮਸੀਂ ਅੱਧੀ ਤਨਖਾਹ ਮਿਲਦੀ ਹੈ। ਇਹਨਾਂ ਔਖੇ ਦਿਨਾਂ ਵਿੱਚ ਗੁਰਸਿੱਖ ਦੋਸਤਾਂ ਵੱਲੋਂ ਭਰਪੂਰ ਮਿਲਦੀ ਰਹੀ। ਘੱਗੇ ਤੋਂ ਮੇਰੀ ਪਤਨੀ ਬੱਚਿਆਂ ਨੂੰ ਲੈ ਕੇ ਬਠਿੰਡੇ ਮੁਲਾਕਾਤ ਵਾਸਤੇ 1 ਮਹੀਨੇ ਜਾਂ 1.5 ਮਹੀਨੇ ਮਗਰੋਂ ਹੀ ਆ ਸਕਦੀ ਸੀ। ਫਿਰ ਵੀ ਜਿਵੇਂ ਕਿਵੇਂ ਸਾਰਿਆਂ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ, ਹਿੰਮਤ ਹੌਸਲਾ ਦਿੱਤਾ। ਘਰਦਿਆਂ ਨੂੰ ਵੀ ਹੌਸਲਾ ਦਿੰਦੇ ਰਹੇ। 1985 ਦੇ ਅਖੀਰਲੇ ਦਿਨਾਂ 'ਤੇ ਮੈਨੂੰ ਜੇਲ੍ਹ 'ਚੋਂ ਰਿਹਾ ਕਰ ਦਿੱਤਾ ਗਿਆ। ਨੱਸ ਭੱਜ ਕਰਕੇ 2 ਸਾਲ ਲੰਘ ਜਾਣ 'ਤੇ ਨੌਕਰੀ 'ਤੇ ਮੈਨੂੰ ਮੁੜ ਬਹਾਲ ਕਰ ਦਿੱਤਾ ਗਿਆ, ਕਿਉਂਕਿ ਸਰਕਾਰ ਨੇ ਸਾਰੇ ਕੇਸ ਵਾਪਸ ਲੈ ਲਏ ਸਨ। 2 ਸਾਲ ਦੀ ਤਨਖਾਹ ਦਾ ਬਕਾਇਆ ਚੰਗੀ ਰਕਮ ਮੈਨੂੰ ਇਕੱਠੀ ਮਿਲ ਗਈ। ਉਂਝ ਤਾਂ ਸ਼ਾਇਦ ਮੈਥੋਂ 2 ਕਮਰਿਆਂ ਦਾ ਘਰ ਨਾ ਹੀ ਬਣਦਾ। ਆਹ ਪੈਸਾ ਇਕੱਠਾ ਹੋ ਕੇ ਜਦੋਂ ਮਿਲਿਆ, ਆਪਾਂ ਨੂੰ ਤੇ ਮਾਨੋ ਚਾਅ ਚੜ੍ਹ ਗਿਆ। ਮਹੀਨੇ ਦੀ ਛੁੱਟੀ ਲੈ ਕੇ ਮੈਂ ਛੋਟਾ ਜਿਹਾ ਰਹਿਣ ਜੋਗਾ ਘਰ ਬਣਾ ਲਿਆ। ਜੇਲ੍ਹ ਤੋਂ ਸੁਖੀ ਸਾਂਦੀ ਰਿਹਾ ਹੋਣ ਦੀ ਖੁਸ਼ੀ ਵਿੱਚ ਅਤੇ ਨਵਾਂ ਘਰ ਬਣਾ ਲੈਣ ਦੀ ਖੁਸ਼ੀ ਵਿੱਚ ਮੇਰੀ ਜੀਵਨ ਸਾਥਣ ਨੇ ਕਿਹਾ ਕਿ ਅਸੀਂ ਅਖੰਡ ਪਾਠ ਤਾਂ ਨਹੀਂ ਕਰਵਾ ਸਕਦੇ, ਖਰਚਾ ਬਹੁਤ ਹੋ ਜਾਂਦਾ ਹੈ, ਪਰ ਮੇਰੀ ਤਮੰਨਾ ਹੈ ਕਿ 5 ਸਿੱਖਾਂ ਨੂੰ ਲੰਗਰ ਘਰੇ ਬੁਲਾ ਕੇ ਜ਼ਰੂਰ ਛਕਾਈਏ। ਮੈਂ ਉਸ ਨੂੰ ਸਹਿਮਤੀ ਦੇ ਦਿੱਤੀ। ਮਿੱਥੇ ਦਿਨ 'ਤੇ ਸਰਦਾਰਨੀ ਨੇ ਬੜੇ ਉਤਸ਼ਾਹ ਅਤੇ ਚਾਅ ਨਾਲ ਖਾਣਾ ਤਿਆਰ ਕੀਤਾ। ਕੜਾਹ ਪ੍ਰਸ਼ਾਦ ਬਣਾਇਆ, ਖੀਰ ਬਣਾਈ, ਸਬਜ਼ੀ, ਦਾਲ, ਦਹੀਂ ਅਤੇ ਸਲਾਦ ਵਗੈਰਾ ਸਾਰਾ ਕੁਝ ਤਿਆਰ ਕਰ ਲਿਆ। ਮੈਨੂੰ ਕਿਹਾ ਗਿਆ ਸੀ ਕਿ 5 ਸਿੱਖ ਸਮੇਂ 'ਤੇ ਲਿਆਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ। ਨਾਲ ਹੀ ਗੁਰਸਿੱਖਾਂ ਦੀ ਸੇਵਾ ਵਾਸਤੇ ਦਸਤਾਰਾਂ ਦਾ ਕੱਪੜਾ, ਕਛਹਿਰਿਆਂ ਦਾ ਕੱਪੜਾ ਵੀ ਲਿਆਂਦਾ ਗਿਆ। ਦੱਸੇ ਗਏ ਟਾਈਮ 'ਤੇ 5 ਸਿੰਘਾਂ ਨੇ ਆ ਕੇ ਦਰਵਾਜ਼ੇ 'ਤੇ ਦਸਤਕ ਦੇ ਦਿੱਤੀ। ਮੇਰੀ ਪਤਨੀ ਤੇਜ਼ ਕਦਮੀ ਗੇਟ ਵੱਲ ਗਈ। ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਪੁੱਛਣ ਲੱਗੀ, ਤੁਸੀਂ ਕਿਹਨੂੰ ਮਿਲਣਾ ਹੈ? ਜੀ, ਸਾਨੂੰ ਭਾਈ ਇੰਦਰ ਸਿੰਘ ਨੇ ਬੁਲਾਇਆ ਹੈ। ਹੈਂ, ਤੁਹਾਨੂੰ ਬੁਲਾਇਆ ਕਾਹਦੇ ਵਾਸਤੇ ਭਲਾ? ਜੀ, ਲੰਗਰ ਛਕਣ ਵਾਸਤੇ। ਸਰਦਾਰਨੀ ਘਬਰਾ ਗਈ। ਬੇਚੈਨੀ ਅਤੇ ਗੁੱਸੇ ਵਿੱਚ ਮੈਨੂੰ ਕਹਿਣ ਲੱਗੀ, ਆਹ ਕਿਹਨਾਂ ਨੂੰ ਬੁਲਾ ਲਿਆਂਦਾ ਤੁਸੀਂ? ਕੋਈ ਹੋਰ ਸਿੱਖ ਨਹੀਂ ਲੱਭਿਆ ਤੁਹਾਨੂੰ? ਮੈਂ ਕਿਹਾ, ਭਗਵਾਨ ਨੇ ਸਿੱਖਾਂ ਨੂੰ ਹੀ ਬੁਲਾਇਆ ਹੈ। ਸਰਦਾਰਨੀ ਕਹਿਣ ਲੱਗੀ, ਸਾਰੇ ਪਿੰਡ ਵਿੱਚ ਇਹੋ ਸਿੱਖ ਲੱਭੇ ਨੇ ਤੁਹਾਨੂੰ? ਮੈਂ ਬੋਲਿਆ, ਹੋਰ ਵੀ ਹੈਗੇ ਨੇ। ਗੁਰਦੁਆਰੇ ਵਿੱਚ ਗੋਗੜਧਾਰੀ ਭਾਈ ਹੈਗੇ ਨੇ, ਪਰ ਉਹ ਪਹਿਲਾਂ ਹੀ ਰੱਜੇ ਪੁੱਜੇ ਨੇ। ਉਹਨਾਂ ਨੂੰ ਤਾਂ ਖਾਣ ਨੂੰ ਵੀ ਵਿਹਲ ਨਹੀਂ ਮਿਲਦਾ। ਇੰਨੇ ਘਰਾਂ ਦੇ ਵਿੱਚ ਲਗਾਤਾਰ ਉਹਨਾਂ ਨੂੰ ਭੋਗ ਲਾਉਣਾ ਪੈਂਦਾ, ਖਾ ਕੇ ਆਉਂਦੇ ਨੇ। ਸਰਦਾਰਨੀ ਕਹਿਣ ਲੱਗੀ, ਮੇਰਾ ਤਾਂ ਸਾਰਾ ਉਤਸ਼ਾਹ ਤੁਸੀਂ ਖਤਮ ਕਰਕੇ ਰੱਖ ਦਿੱਤਾ। ਜੋ ਚਾਅ ਮਲਾਰ ਮੈਂ ਆਪਣੇ ਦਿਮਾਗ 'ਚ ਪਾਲੇ ਸਨ, ਉਹ ਸਾਰੇ ਹੀ ਰੁੜ ਪੁੜ ਗਏ। ਮੈਂ ਕਿਹਾ, ਹੁਣ ਇਉਂ ਕਰ, ਤੂੰ ਆਰਾਮ ਨਾਲ ਪਾਸੇ ਹੋ ਕੇ ਬੈਠ ਜਾ। ਇਹਨਾਂ ਨੂੰ ਲੰਗਰ ਮੈਂ ਖੁਦ ਛਕਾ ਦਿਆਂਗਾ। 5 ਕੁ ਮਿੰਟ ਉਹ ਪਾਸੇ ਹੋ ਗਈ, ਪਰ ਛੇਤੀ ਹੀ ਸੰਭਲ ਕੇ ਵਾਪਸ ਆ ਗਈ ਅਤੇ ਖਾਣਾ ਪਰੋਸਣ ਲੱਗ ਪਈ। ਮੈਂ ਸਿੰਘਾਂ ਨੂੰ ਥਾਂ ਬਿਠਾ ਦਿੱਤਾ। ਸਤਿਕਾਰ ਸਹਿਤ 5 ਨੂੰ ਲੰਗਰ ਛਕਾਇਆ। ਉਹਨਾਂ ਵਾਸਤੇ ਲਿਆਂਦੇ ਵਸਤਰ ਭੇਟ ਕੀਤੇ। ਨਾਲ ਸਿਲਾਈ ਵਾਸਤੇ ਕੁਝ ਮਾਇਆ ਅਰਪਣ ਕੀਤੀ। 5 ਸਿੱਖ ਅਤਿਅੰਤ ਪ੍ਰਸੰਨ ਹੋ ਕੇ ਅਸੀਸਾਂ ਦਿੰਦੇ ਵਿਦਾ ਹੋਏ। ਮੇਰੀ ਜੀਵਨ ਸਾਥਣ ਦਾ ਨਾਰਾਜ਼ ਹੋਣ ਦਾ ਕਾਰਨ ਸੀ 5 ਹੀ ਸਿੱਖ ਅਛੂਤਾਂ ਵਿੱਚੋਂ ਹੋਣ ਕਰਕੇ, ਕਿਉਂਕਿ ਸਾਡੇ ਸਮਾਜ ਦੇ ਵਿੱਚ ਜਾਤ ਪਾਤ ਸਿਰ 'ਤੇ ਸਾਡੇ ਸਵਾਰ ਹੈ। ਮੈਂ ਮਹਿਸੂਸ ਕਰਦਾ ਸਾਂ ਕਿ ਗੁਰਦੁਆਰੇ ਦੇ ਭਾਈ ਨੂੰ ਤਾਂ ਅੱਗੇ ਹੀ ਨਿਉਂਦੇ ਨਹੀਂ ਮੁੱਕਦੇ। ਕੁਆਂਟਲ ਦੀ ਗੋਗੜ ਉਹਦੀ ਹੋ ਚੁੱਕੀ ਹੈ, ਸ਼ੂਗਰ ਦਾ ਮਰੀਜ਼ ਹੈ। ਹੋਰ ਪਿੰਡ ਵਿੱਚ ਜੋ ਸਿੱਖ ਹੈਗੇ ਨੇ, ਤਕਰੀਬਨ ਜ਼ਮੀਨਾਂ ਵਾਲੇ ਨੇ, ਰੁਜ਼ਗਾਰ ਵਾਲੇ ਨੇ। ਇਹ ਸਾਰੇ ਵੀਰ ਦਿਹਾੜੀ ਕਰਕੇ ਗੁਜ਼ਾਰਾ ਕਰਦੇ ਨੇ। ਫਿਰ ਕਿਉਂ ਨਾ ਇਹਨਾਂ ਨੂੰ ਹੀ ਲੰਗਰ ਛਕਾਇਆ ਜਾਵੇ। ਬਾਅਦ ਵਿੱਚ ਮੇਰੀ ਪਤਨੀ ਵੀ ਮੇਰੀਆਂ ਗੱਲਾਂ ਸੁਣ ਕੇ ਮੇਰੇ ਨਾਲ ਸਹਿਮਤ ਹੋਊਗੀ। ਅਗਰ ਮੈਂ ਅਖੰਡ ਪਾਠ ਕਰਵਾ ਕੇ 40-50 ਹਜ਼ਾਰ ਰੁਪਇਆ ਵੀ ਖਰਚ ਕਰ ਦਿੰਦਾ ਤਾਂ ਵੀ ਮੇਰੀ ਇੰਨੀ ਸੋਭਾ ਪਿੰਡ ਵਿੱਚ ਨਹੀਂ ਹੋਣੀ ਸੀ, ਜਿੰਨੀ ਇਹਨਾਂ 5 ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣ ਨਾਲ ਹੋ ਗਈ। ਜਿੱਥੇ ਕਿਤੇ 2-4 ਬੰਦੇ ਖੜ੍ਹੇ ਬੈਠੇ ਹੋਣ ਤਾਂ ਇਹਨਾਂ ਨੇ ਸਹਿਜ ਸੁਭਾਏ ਇਹ ਗੱਲ ਕਰਨੀ, ਉਹ ਭਾਈ, ਗੱਲਾਂ ਤਾਂ ਸਿੱਖੀ ਦੀਆਂ ਤੁਸੀਂ ਸਾਰੇ ਬੜੇ ਕਰਦੇ ਹੋ। ਅਸੀਂ ਬੜੀਆਂ ਗੱਪਾਂ ਤੁਹਾਡੀਆਂ ਸੁਣਨੀਆਂ। ਪੂਰਾ ਸਿੱਖੀ 'ਤੇ ਕੋਈ ਨਹੀਂ ਉਤਰਦਾ। ਸਾਨੂੰ ਖੰਡੇ ਕੀ ਪਹੁਲ ਲਈ ਨੂੰ ਸਿੰਘ ਸਜਿਆਂ ਨੂੰ ਬਹੁਤ ਲੰਮਾ ਸਮਾਂ ਬੀਤ ਚੁੱਕਿਆ ਹੈ,
ਪਰ ਕਿਸੇ ਨੇ ਸਾਡਾ ਅੱਜ ਤੱਕ ਮਾਣ ਨਹੀਂ ਰੱਖਿਆ। ਬਸ ਆਹ ਪਹਿਲਾ ਆਦਮੀ ਇੰਦਰ ਸਿੰਘ ਮਿਲਿਆ ਹੈ ਜਿਸ ਨੇ ਜਾਤ ਪਾਤ ਦਾ ਭਰਮ ਤੋੜ ਕੇ ਸਾਨੂੰ ਘਰ ਸੱਦਿਆ, ਸਤਿਕਾਰ ਨਾਲ ਲੰਗਰ ਛਕਾਇਆ। ਤੁਸੀਂ ਕਦੇ ਕੀਤਾ ਹੈ ਇਸ ਤਰ੍ਹਾਂ? ਗਰੀਬ ਕਿਉਂ ਸਿੱਖ ਬਣਨਗੇ? ਤੁਸੀਂ ਤਾਂ ਉਹਨਾਂ ਨਾਲ ਨਫ਼ਰਤ ਕਰਦੇ ਹੋ। ਉਹ ਭਰਾਵੋ, ਸਾਡੀਆਂ ਤਾਂ ਮੜੀਆਂ ਵੀ ਅਲੱਗ ਬਣਾ ਦਿੱਤੀਆਂ ਨੇ। ਤੁਸੀਂ ਤਾਂ ਸਾਡੇ ਵਿਆਹ ਸ਼ਾਦੀਆਂ ਦੇ ਵਿੱਚ ਨਹੀਂ ਜਾਂਦੇ। ਤੁਸੀਂ ਤਾਂ ਸਾਨੂੰ ਗੁਰਦੁਆਰੇ 'ਚ ਵੀ ਵੱਖਰੇ ਬਿਠਾਉਂਦੇ ਹੋ। ਇਸੇ ਕਰਕੇ ਗੁਰਦੁਆਰੇ ਵੱਖਰੇ ਬਣ ਗਏ ਨੇ। ਜਿੱਥੇ ਵੀ ਕਿਤੇ ਉਹ ਖਲੋਣ ਬੈਠਣ, ਇਹ ਗੱਲ ਜਦੋਂ ਦੂਜਿਆਂ ਨੂੰ ਸੁਣਾਉਣ ਲੱਗ ਪੈਣ, ਨਾਲ ਦੀ ਨਾਲ ਸਾਰਿਆਂ ਦੀਆਂ ਨੀਵੀਆਂ ਪੈ ਜਾਣ। ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਮੈਂ ਕੋਈ ਇਹ ਜਾਣਬੁੱਝ ਕੇ ਦੂਜਿਆਂ ਨੂੰ ਨੀਵਾਂ ਦਿਖਾਉਣ ਵਾਸਤੇ ਜਾਂ ਆਪਣੀ ਪ੍ਰਸ਼ੰਸਾ ਕਰਾਉਣ ਵਾਸਤੇ ਕੰਮ ਕੀਤਾ ਸੀ, ਪਰ ਜੋ ਮੈਂ ਮਿਸ਼ਨਰੀ ਕਾਲਜਾਂ 'ਚੋਂ ਸਿੱਖਿਆ ਸੀ, ਸਹਿਜ ਭਾਏ ਉਹ ਕੰਮ ਮੈਂ ਕੀਤਾ ਤਾਂ ਇਹਦਾ ਮੈਨੂੰ ਬਹੁਤ ਸਾਰਾ ਮਾਣ ਮਿਲਿਆ ਉਹਨਾਂ ਵੀਰਾਂ ਵੱਲੋਂ ਵੀ, ਅਤੇ ਹੌਲੀ ਹੌਲੀ ਪਿੰਡ ਦੇ ਭਰਾਵਾਂ ਨੇ ਵੀ ਆ ਕੇ ਵਧਾਈ ਦਿੱਤੀ ਕਿ ਹਾਂ, ਸੱਚਮੁੱਚ ਹੀ ਸਾਡੇ ਪਿੰਡਾਂ 'ਚ ਇਸ ਤਰ੍ਹਾਂ ਦੀਆਂ ਗਲਤੀਆਂ ਹੋ ਰਹੀਆਂ ਨੇ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ। ਤੁਹਾਡਾ ਕੀ ਵਿਚਾਰ ਹੈ? ਇਹੋ ਜਿਹੇ ਕੰਮ ਕਿਤਨੀ ਕੁ ਦੇਰ ਤੱਕ ਹੁੰਦੇ ਰਹਿਣਗੇ? ਇਹ ਤੇ ਹੱਸਦੇ ਰਹੋਗੇ ਕਿ ਰੋਂਦੇ ਰਹੋਗੇ ਕਿ ਕੁਝ ਕੰਮ ਵੀ ਕਦੇ ਕਰੋਗੇ? ਆਖੋ ਸਤਨਾਮ।